बिस्मिल्लाहिर्रहमानिर्रहीम। मैं जी मोहम्मद सरफराज इस वेले ਚੱਕ नंबर 180 आरबी जी। हाँ जी आरबी ਜਿਹਨੂੰ ਨੱਥੂ ਵਾਲਾ ਵੀ ਕਹਿੰਦੇ ਆ। ਹਾਂਜੀ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਮੀਆਂ ਤਲਤ ਕਰੀਮ ਸਾਹਿਬ ਦੇ ਫਾਰਮ ਤੇ ਮੌਜੂਦ ਹਾਂ ਜੀ। ਤੇ ਇੱਥੇ ਲੱਗ ਰਿਹਾ ਲਸਣ ਦੀ ਮਲਚਿੰਗ ਹੈ, ਪਲਾਸਟਿਕ ਵਾਲੀ ਆ, ਪਰਾਲੀ ਵਾਲੀ ਵੀ ਹੋਈ ਹੈ। ਇਸ ਵੇਲੇ ਰੂਲਾ ਇਹਨਾਂ ਨੇ ਸਪੈਸ਼ਲ ਬਣਵਾਇਆ ਜੀ, ਉਹ ਫੇਰ ਰਹੇ ਆ। ਇਹ ਨਾਲ ਹੀ ਕਟਿੰਗ ਹੋ ਰਹੀ ਹੈ, ਨਿਸ਼ਾਨ ਲੱਗ ਰਹੇ ਜੀ। ਇਹ ਇਹਨਾਂ ਨੇ ਰੂਲਾ ਮੰਗਵਾਇਆ ਐਮ ਸ਼ਰੀਫ ਐਂਡ ਸੰਸ, ਲੋਧਰਾ ਰੋਡ, ਕਰੋੜ ਪੱਕਾ ਤੋਂ। ਉੱਤੇ ਰੱਖ ਪੋਲੇ ਨੀਵਾਂ ਹੱਥ ਰੱਖ ਜਾਓ। ਇਹ ਜੀ ਸਰਾਖ ਵੀ ਕਰ ਗਿਆ, ਨਿਸ਼ਾਨ ਵੀ ਲੱਗ ਗਿਆ। ਇਹਦੇ ਵਿੱਚ ਹੁਣ ਲੇਬਰ ਕਰੇਗੀ, ਫਿਲਿੰਗ ਕਰ ਦੇਗੀ ਲਸਣ ਦੀ। ਇਹ ਜੀ ਬੈੱਡ ਜਿਹੜੇ ਆ ਇਹਨਾਂ ਦੇ ਉੱਤੇ ਕਰਨੀ ਆ ਪਰਾਲੀ ਦੀ ਮਲਚਿੰਗ। ਨਿਸ਼ਾਨ ਇਹਨਾਂ ਤੇ ਵੀ ਲੱਗ ਗਏ ਆ, ਬੜੇ ਜ਼ਿਗਜ਼ੈਗ ਬੜੇ ਤਰੀਕੇ ਦੇ ਨਾਲ ਜੀ। ਹੁਣ ਜ਼ਿੰਦਗੀ ਬੜੀ ਆਸਾਨ ਹੋ ਗਈ ਹੈ। ਇਹ ਜਨਾਬ ਲਸਣ ਹੈ, ਇਹਦਾ ਬੀ ਤਿਆਰ ਹੋ ਰਿਹਾ ਵੀ ਆ ਥੋੜਾ ਜਿਹਾ ਉਰੇ ਨੂੰ ਕਰਿਓ। ਹਾਂ ਜਿਹੜਾ ਇਹ ਨਾਲ ਹੀ ਲੇਬਰ ਲੱਗੀ ਆ, ਤੁਰੀਆਂ ਜਿਹੜੀਆਂ ਨਾ ਉਹ ਕੱਢੀ ਜਾਣ ਡਏ ਆ, ਬਣਾ ਰਹੇ। ਲਓ ਜੀ ਇਹ ਜਿਹੜਾ ਨਾ ਲਸਣ ਉਹ ਜਿਹੜੀ ਪਲਾਸਟਿਕ ਦੇ ਵਿੱਚ ਇਹਨਾਂ ਨੇ ਸਰਾਖ ਕੀਤੇ ਉਹਨਾਂ ਦੇ ਵਿੱਚ ਲੱਗ ਰਿਹਾ। ਜ਼ਿੰਦਗੀ ਰੋਜ਼ ਦੀ ਰੋਜ਼ ਆਸਾਨ ਹੋਈ ਜਾਂਦੀ ਆ, ਬੰਦਾ ਉਹਨਾਂ ਹੀ ਨਾ ਸ਼ੁਕਰਾ ਹੋਈ ਜਾ ਰਿਹਾ ਹੈ। ਗੋਡੀ ਚੌਕੀ ਤੋਂ ਇਹ ਚੌਕੀ ਤਾਂ ਹੋ ਰਹੀ ਆ, ਗੋਡੀ ਤੋਂ ਜਾਨ ਛੁੱਟ ਗਈ, ਗੰਦ ਤੋਂ ਜਾਨ ਛੁੱਟ ਗਈ। ਸਰਾਖ ਨਿਕਲ ਗਏ ਬੱਚੇ ਆਸਾਨੀ ਦੇ ਨਾਲ, ਨਾ ਲਾਈਨ ਬਿੰਗੀ ਨਾ ਗੱਲ ਕੋਈ ਹੋਰ ਐਸੀ ਕੰਮ ਹੋਈ ਜਾ ਰਿਹਾ। ਮੇਰੇ ਨਾਲ ਨੇ ਜਨਾਬ ਮੀਆਂ ਤਾਹਿਰ ਕਰੀਮ ਸਾਹਿਬ ਔਰ ਜ਼ਿਆਉल्ला भट्ट साहब। अस्सलाम वालेकुम जी। वालेकुम सलाम जी। जो साहब ਮੀਆਂ ਸਾਹਿਬ ਕਿਹੜਾ ਤੁਸੀਂ ਲਸਣ ਲਗਾਇਆ? ਜੋ ਸਾਹਿਬ 1 ਏਕੜ ਜਿਹੜਾ ਜੇ ਉਹ ਦੇਸੀ ਗੁਲਾਬੀ ਜਿਹੜਾ ਰਵਾਇਤੀ ਚਲਾ ਆ ਰਿਹਾ। ਹਾਂਜੀ ਠੀਕ ਹੈ ਜੀ, ਉਹ ਵਾਲਾ ਲਗਾਇਆ ਜੀ। ਤੇ 1 ਏਕੜ ਜਿਹੜਾ ਨਾਰਕ ਜੀਵਨ ਨਾਲ ਲਗਾਇਆ ਜੀ। ਇੱਕ ਨਾਰਕ ਜੀਵਨ ਲਗਾਇਆ ਜੀ। ਇੱਕ ਜਿਹੜਾ ਅੱਜ ਕੱਲ ਮਾਰਕੀਟ 'ਚ ਆ ਰਿਹਾ ਨਾ ਚੈਨਾ ਗੁਲਾਬੀ। ਹਾਂਜੀ ਠੀਕ ਹੈ ਜੀ, 1 ਏਕੜ ਉਹ ਲਗਾਇਆ। 3 ਏਕੜ ਲਗਾਏ ਨੇ ਜੀ। 3 ਏਕੜ ਲਗਾਏ ਜੀ। ਜੀ ਮੀਆਂ ਸਾਹਿਬ ਇੱਕ ਤੇ ਇਹ ਦੱਸੋ ਜਿਹੜਾ ਬੀ ਆ ਨਾਰਕ ਜੀਵਨ ਜੀ ਸਰ, ਇਹ ਕਿੰਨਾ ਲੱਗਾ 1 ਏਕੜ ਦਾ? ਇਹ ਚੋਈ ਸਾਹਿਬ 20 ਮਣ ਵੀ ਲੱਗਾ ਜੀ। 20 ਮਣ 1 ਏਕੜ ਨੂੰ ਲੱਗਾ ਜੀ ਜੀ। ਇਹ ਤਾਂ ਬੜਾ ਮਹਿੰਗਾ ਹੋ ਗਿਆ, ਇਹਦਾ ਤਾਂ ਅੱਜ ਕੀ ਰੇਟ ਹੀ ਬਹੁਤ ਸੀਗਾ। ਸਰ ਜੀ ਇਹ ਸਾਡਾ ਘਰ ਦਾ ਬੀ ਹੈ ਜੀ, ਅਸਾਂ ਪਿਛਲੀ ਵਾਰ ਟਰਾਈ ਕੀਤਾ ਸੀ। ਅੱਛਾ ਜੀ। ਤੇ ਉਹ ਘਰ ਦਾ ਹੀ ਫਿਰ ਬੀ ਬਣ ਗਿਆ ਮਾਸ਼ਾਅੱਲਾ, ਤੇ ਇਸ ਲਈ ਲਗਾ ਦਿੱਤਾ। ਵਾਕਈ ਐਤਕਾਂ ਤਾਂ ਕੋਈ ਵੀ ਨਹੀਂ ਲੈ ਕੇ ਲਾ ਸਕਦਾ। ਅੱਛਾ ਜੀ। ਆ ਚਾਹੁੰਦੇ ਕੀ ਬੰਦੇ ਹੋਣਗੇ ਜਿਹੜੇ ਲਗਾਉਣਗੇ ਜੀ, ਉਹ ਵੀ ਕੋਈ ਏਜੰਸੀਆਂ ਦੇ, ਦੂਸਰਿਆਂ ਦਾ ਤਾਂ ਕੰਮ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਇਹ ਤਾਂ ਸੋਨੇ ਦੇ ਭਾਅ ਵੀ ਕੰਡੇ 1600 ਰੁਪਏ ਕਿਲੋ ਤੱਕ ਵਿਕ ਗਿਆ। ਇਸ ਤਰ੍ਹਾਂ ਹੀ ਗੱਲ ਤੇ 16 ਚੌਕਾ 80 ਹਜ਼ਾਰ ਨੂੰ ਮਣ। ਚੌ ਸਾਹਿਬ 2500 ਰੁਪਏ ਮਣ ਵਿਕ ਗਿਆ, 2500 ਰੁਪਏ ਕਿਲੋ ਵਿਕ ਗਿਆ ਜੀ। 2500 ਰੁਪਏ ਕਿਲੋ ਵੀ ਇਹ ਵਿਕ ਗਿਆ। ਆਪਾਂ ਆਖਰੀ ਦਿਨਾਂ 'ਚ ਇਸ ਭਾਅ ਵੀ ਕਹਿ ਜੇ ਬਾਜੀ ਫਾ ਜ਼ਰੂਰ ਬੰਦਿਆਂ ਨੇ ਉਹ ਹਾਲਾ ਬੜਾ ਮਾਰਕੀਟ ਅੱਗੇ ਕੋਈ ਨਜ਼ਰ ਨਹੀਂ ਆਉਂਦੀ। ਬਾਕੀ ਇਹ ਦੱਸੋ ਇਹ ਜਿਹੜਾ ਤੁਸੀਂ ਬੈੱਡ ਬਣਾਇਆ ਜੀ ਜੀ, ਇਹ ਕਾਹਦੇ ਨਾਲ ਬਣਾਇਆ? ਇਹ ਸਰ ਜੀ ਉਹ ਟਰੈਕਟਰ ਨਾਲ ਹੀ ਬਣਾਇਆ ਜੀ। ਟਰੈਕਟਰ ਨਾਲ ਹੀ ਬਣਾਇਆ। ਇਹ ਕਿੰਨਾ ਇਹਦਾ ਵਾਇਆ ਜੀ? ਇਹਦਾ 32 ਇੰਚ ਵਾਇਆ ਜੀ। 32 ਇੰਚ ਜੀ। ਹਾਂਜੀ। 12 ਦੂਣਾ 24 ਤੇ 12 ਤੇ 36 ਹੁੰਦਾ ਤੇ 4 ਇੰਚ ਘੱਟ ਪਾਉਣੇ ਤੇ ਥੋੜਾ ਜਿਹਾ ਅੰਦਰ ਕਰ ਲਿਆ ਸੀ ਉਹਨੂੰ ਤਾਂ ਕਿ ਰੇਤ ਚੜ ਜੇ। ਅਸੀਂ ਬੈੱਡ ਦੇ ਉੱਤੇ ਪਾਣੀ ਨਹੀਂ ਚੜਾਇਆ, ਇਹਨੂੰ ਰੇਤ ਚੜਾਉਣ ਵਾਸਤੇ ਕੀਤਾ ਸੀ, ਕਿਉਂਕਿ ਥੋੜਾ ਜਿਹਾ ਜ਼ਰਾ ਜ਼ਮੀਨ ਦਾ ਹਾਰਡ ਸੀ। ਖਾਲਦੇ ਵੀ ਆ ਜੀ। ਹਾਂਜੀ ਆ ਦੇਖੋ ਨਾ ਜੀ, ਇਹ ਰੇਤ ਚੜੀ ਆ। ਹਾਂਜੀ ਹੁਣ ਪਾਣੀ ਥੱਲੇ ਬਹੁਤ ਅੱਛਾ ਤਰੀਕਾ। ਉਹ ਵੇਖੋ ਇੱਕ ਗੰਡੀ ਨਜ਼ਰ ਆ ਰਹੀ ਸਾਹਮਣੇ એનર્ਜੀ ਦੀ। ਹਾਂਜੀ ਉਹ ਨਾਰਕ ਜੀਵਨ ਜਿਹੜਾ ਉਹ ਨਜ਼ਰ ਵੀ ਆ ਰਿਹਾ ਗਿੱਲਾ। ਇਹ ਤਾਂ ਤੁਸੀਂ 32 ਇੰਚ ਦਾ ਬੈੱਡ ਬਣਾ ਦਿੱਤਾ। ਹਾਂਜੀ 8 ਮਣ ਬੀ ਲਾਤਾ ਲਾਣ ਵਾਸਤੇ। ਤੁਸੀਂ ਉਹ ਸਾਂਚਾ ਜਿਹਾ ਕਿੱਥੋਂ ਮੰਗਵਾਇਆ? ਜਿਹੜਾ ਇਹਦੇ ਹੋਲ ਕਰਦਾ ਜੀ। ਹਾਂਜੀ ਜਿਹੜਾ ਸਰਾਖ ਕਰਦਾ ਉਹ ਕਰੋੜ ਪੱਕੇ ਤੋਂ ਮੰਗਾਇਆ ਜੀ। ਉਹ ਸ਼ਰੀਫ ਐਂਡ ਸੰਸ ਤੋਂ ਮੰਗਾਇਆ ਜੀ। ਇਹਦੇ ਨਾਲ ਕੰਮ ਆਸਾਨ ਹੋ ਗਿਆ। ਹਾਂਜੀ ਤੇ ਉਹ ਜਿਹੜੀ ਛਾਪਰ ਦੀ ਮਲਚਿੰਗ ਕੀਤੀ ਆ ਦੇਖੀ ਹੈ ਜੀ ਜੀ, ਉਹ ਮਲਚਿੰਗ ਜਿਹੜੀ ਆ ਤੁਹਾਡੇ ਖਿਆਲ 'ਚ ਕਾਮਯਾਬ ਹੈ ਜਾਂ ਤਜਰਬਾ ਹੈ? ਇਹਦਾ ਚੌਧਰੀ ਸਾਹਿਬ ਐਤਕਾਂ ਤਜਰਬਾ ਹੈ। ਇਹਦਾ 2 ਬੈੱਡ ਹੀ ਲੱਗਣਗੇ ਪਲਾਸਟਿਕ ਮਲਚਿੰਗ ਦੇ, ਬਾਕੀ ਸਾਰੀ ਲਾਈਵ ਮਲਚਿੰਗ ਜਿਹੜੀ ਹੈ ਉਹ ਪਰਾਲੀ ਦੀ ਹੋਏਗੀ। ਜੀ ਜੀ। ਚਲੋ ਹੁਣ ਭੱਟ ਸਾਹਿਬ ਪਰਾਲੀ ਦੀ ਮਲਚਿੰਗ ਵੀ ਦੇਖ ਲਈਏ। ਆਓ ਜੀ, ਆਓ ਜੀ।
ਜੀ ਭੱਟ ਸਾਹਿਬ, ਅਸੀਂ ਹੁਣ ਤੁਹਾਡੇ ਖਲੋਤੇ ਹਾਂ ਉਸ ਪੈਲੀ ਦੇ ਵਿੱਚ ਜਿਹਦੀ ਤੁਸੀਂ ਕੀਤੀ ਹੈ ਮਲਚਿੰਗ ਪਰਾਲੀ ਦੀ। ਜੀ ਜੀ। ਪਹਿਲਾਂ ਤੇ ਇਹ ਦੱਸੋ, ਇਹ ਜਿਹੜੀ ਪਰਾਲੀ ਦੀ ਮਲਚਿੰਗ ਹੈ ਇਹਦਾ ਫਾਇਦਾ ਕੀ ਹੋਏਗਾ? ਇਹ ਚੋਈ ਸਾਹਿਬ ਜਦੋਂ ਲਸਣ ਪੱਕ ਜਾਣਾ ਨਾ ਜੀ, ਹਾਂਜੀ, ਉਨੀ ਦੇਰ ਤੱਕ ਇਹਨੇ ਵੀ ਗਲ ਜਾਣਾ। ਅੱਛਾ ਜੀ। ਇਹਦੇ ਨਾਲ ਜਿਹੜੇ ਨਾ ਇਹਦੇ ਮਾਈਕਰੋ ਨਿਊਟ੍ਰੀਸ਼ਨ ਜਿੰਨੇ ਵੀ ਹੋਣਗੇ ਨਾ ਪੈਲੀ ਦੇ, ਹਾਂਜੀ, ਉਹ ਆਰਗੈਨਿਕ ਦੀ ਤਰਫ ਆਉਣੇ ਸ਼ੁਰੂ ਹੋ ਜਾਣਗੇ ਆਸਤਾ ਆਸਤਾ। ਅੱਛਾ ਜੀ, ਪੈਲੀ ਜਿਹੜੀ ਹੈ ਉਹ ਠੋਸ ਨਹੀਂ ਹੋਏਗੀ, ਅੱਛਾ ਜੀ, ਨਰਮ ਰਹੇਗੀ। ਠੀਕ ਹੈ ਜੀ। ਠੀਕ ਹੈ। ਜਿਹਦੇ ਨਾਲ ਕਿ ਖੁਰਾਕਾਂ ਖਾਦਾਂ ਵੀ ਅਧੀਆ ਪੈਣਗੀਆਂ ਇਹਨੂੰ। ਅੱਛਾ ਗੋਡੀ ਦਾ ਸਹੀ ਹੈ ਜੀ। ਗੋਡੀ ਦਾ ਵੀ ਇਸ਼ੂ ਖਤਮ ਹੋ ਇਹ ਜਾਏਗਾ। ਤਾਂ ਹੋ ਗਿਆ ਬਾਅਦ ਦਾ। ਲਸਣ ਨੂੰ ਇਹਦਾ ਕੀ ਫਾਇਦਾ? ਲਸਣ ਨੂੰ ਕਿਉਂ ਕਰ ਰਹੇ ਤੁਸੀਂ? ਲਸਣ ਨੂੰ ਇਸ ਲਈ ਕਰ ਰਹੇ ਚੋ ਸਾਹਿਬ ਥੋੜਾ ਉੱਚੀ ਬੋਲੋ ਭੱਟ ਸਾਹਿਬ। ਜੀ ਜੀ, ਉਹਦੇ ਨਾਲ ਵੀ ਇਹ ਜਿਹੜਾ ਨਾ ਜੀ, ਇਹਦਾ ਸਾਰਾ ਜਿਹੜਾ ਨਾ ਸਾਈਜ਼ ਗਰੋਥ ਸਹੀ ਹੋਏਗੀ। ਇਹਦੀ ਜਿਹੜੀ ਗਰੋਥ ਆਮ ਦੂਸਰਾ ਜਿਹੜੀ ਨੰਗੀ ਜ਼ਮੀਨ ਦੇ ਉੱਤੇ ਹੁੰਦੀ ਹੈ ਉਹਦੇ ਨਾਲ ਬਹੁਤ ਅੱਛੀ ਹੋਏਗੀ। ਮੋਟਾ ਹੋ ਜਾਏਗਾ ਗੰਡਾ। ਗੰਡਾ ਤੇ ਮੋਟਾ ਹੋਣਾ ਹੀ ਹੈ। ਪੈਲੀ ਵੀ ਨਰਮ ਰਹੇਗੀ। ਪੈਲੀ ਵੀ ਨਰਮ ਐਂਡ ਤੱਕ ਰਹੇਗੀ ਨਾ ਤੇ ਉਹ ਜੀ। ਗੰਦ ਵਗੈਰਾ ਜਿਹੜਾ ਉਹਦਾ ਕੀ ਕਰੋਗੇ? ਉਹ ਗੰਦ ਤੇ ਉਹ ਤਾਂ ਆਉਣਾ ਹੀ ਨਹੀਂ ਨਾ ਜੀ ਚੋਈ ਸਾਹਿਬ ਉਹ ਇਹਦੇ ਇਹਦੇ ਚ। ਵਿੱਚ ਥੱਲੇ ਹੀ ਰਹਿ ਆਹੋ, ਜਾਣਾ। ਇਹ ਪਰਾਲੀ ਕਿੰਨੇ ਮੋਟੀ ਪਾਈ ਹੈ ਤੈ ਤੁਸੀਂ? ਇਹ 1.5 ਤੋਂ 2 ਇੰਚ ਪਾਈ ਹੈ ਜੀ। 1.5 ਤੋਂ ਜੀ 2 ਇੰਚ ਹੈ ਜੀ। ਇਹ ਦੇਖ ਲਈਏ। ਹਾਂ ਜੀ। ਇਹ ਉੱਤੇ ਪੈਂਡੀ ਸਪਰੇ ਵੀ ਮਾਰੀ ਆ ਕਿ ਗੰਦ ਜਿਹੜਾ ਆ ਉਹ ਖੇਲੀਆਂ ਚ ਨਾ ਹੋਗੇ। ਖੇਲੀਆਂ ਜਿਹਨਾਂ ਚ ਪਾਣੀ ਦਾ ਅੱਛਾ, ਲਸਣ ਲਗਾ ਕੇ ਪੈਂਡੀ ਦੀ ਸਪਰੇਅ ਕੀਤੀ, ਹਾਂਜੀ ਕਰਕੇ ਉਹ ਪਾਣੀ ਲਾਇਆ ਹਾਂਜੀ। ਜਾਂ ਪਾਣੀ ਤੋਂ ਪਹਿਲੇ ਸਪਰੇਅ ਕੀਤੀ ਜੀ? ਇਹ ਚੋਰੀ ਸਾਹਿਬ ਅਸੀਂ ਤਾਰ ਵਤਰ ਤੇ ਪੈਂਡੀ ਦੀ ਸਪਰੇ ਕੀਤੀ ਹੈ ਕਿ ਤਲ ਕੋਈ ਗੰਦ ਉਹ ਨਾ ਨਿਕਲੇ, ਤੇ ਉਸ ਤੋਂ ਬਾਅਦ ਉੱਤੇ ਮਰਚਿੰਗ ਕੀਤੀ ਹੈ ਪਰਾਲੀ ਦੀ। ਪੈਂਡੀ ਦੀ ਸਪਰੇਅ ਕਰਕੇ ਉੱਤੇ ਪਰਾਲੀ ਪਾ ਦਿੱਤੀ ਹੈ ਜੀ, ਤੇ ਹੁਣ ਅੱਲਾ ਦੇ ਉੱਤੇ ਛੱਡ ਦਿੱਤਾ। ਫਾਇਦਾ ਇਹ ਹੋਏਗਾ, ਨਰਮ ਹੋਏਗੀ ਜ਼ਮੀਨ ਔਰ ਨਿਕਲੇਗੀ। ਬਾਕੀ ਜੀ ਫਿਰ ਦੂਸਰੀ ਦਿਖਾਲਾਂਗੇ ਵੀਡੀਓ ਜਿਸ ਵੇਲੇ ਨਿਕਲ ਆਈ ਹੈ। ਤੇ ਇਹ ਜਿਹੜਾ ਲਸਣ ਹੈ ਇਹ ਕਿੰਨੇ ਮਹੀਨੇ ਦੀ ਫਸਲ ਆ? ਜਿਹੜਾ ਨਾਰਕ ਜੀਵਨ ਇਹ 7 ਮਹੀਨੇ ਲੱਗਦਾ। ਕਿੰਨੇ ਜੀ? 7 ਮਹੀਨੇ ਜੀ। 7 ਮਹੀਨੇ ਜੀ ਨਾਰਕ ਜੀਵਨ ਤੇ ਲੱਗਣਗੇ। ਜੀ ਹਾਂ। ਤੇ ਦੇਸੀ ਦਾ 1 ਮਹੀਨਾ ਪਹਿਲੇ ਨਹੀਂ ਆ ਜਾਂਦਾ? ਹਾਂਜੀ, ਇਹ ਪਹਿਲੋਂ ਆ ਜਾਂਦੇ। ਜਦੋਂ ਇਹ ਪੁੱਟਿਆ ਜਾਣਾ ਉਦੋਂ ਇਹਦੇ ਤੇ ਫੁੱਲ ਨਿਕਲਣਗੇ ਉੱਤੇ। ਉਹ ਜਿਹੜਾ ਜਿਸ ਤਰ੍ਹਾਂ ਗੰਢੇ ਦਾ ਕੰਨ ਨਿਕਲਦਾ, ਅੱਛਾ ਜੀ। ਉਹ ਪੋਜੀਸ਼ਨ ਜੋ ਹੈਗਾ ਉਹਨੂੰ ਕੱਟਣਾ ਪਏਗਾ ਤੇ ਉਹਦੀ ਤਵੱਜੋ ਜਿਹੜੀ ਹੈ ਨਾ ਫਿਰ ਹੇਠਾਂ ਗੰਢੇ ਦੀ ਤਰਫ ਚਲੀ ਜਾਏਗੀ। ਫਿਰ ਗੰਢੇ ਦਾ ਸਾਈਜ਼ ਜਿਹੜਾ ਨਾ ਉਹ ਪੂਰਾ ਹੋ ਜਾਏਗਾ। ਉਹਦੀ ਖੁਰਾਕ ਸਾਰੀ ਗੰਢੇ 'ਚ ਡਿਵੈਲਪ ਹੋਣੀ ਸ਼ੁਰੂ ਹੋ ਜਾਏਗੀ। ਜੇ ਫੁੱਲ ਉੱਤੇ ਹੀ ਲੱਗਾ ਰਹੇਗਾ ਤੇ ਉਹ ਫਿਰ ਬਿਲਕੁਲ ਜਿਹੜਾ ਉਹਦਾ ਸਾਈਜ਼ ਥੱਲਿਓ ਬਲਬ ਦਾ ਸਾਈਜ਼ ਜਿਹੜਾ ਨਾ ਬਹੁਤ ਛੋਟਾ ਰਹਿ ਜਾਏਗਾ ਜੀ। ਇਸ ਵਾਸਤੇ ਉਹ ਕੱਟਣਾ ਜ਼ਰੂਰੀ ਹੈ। ਨਾਰਕ ਜੀਵਨ ਨੂੰ ਫੁੱਲ ਨਿਕਲਦਾ, ਉਹ ਫੁੱਲ ਨਿਕਲਦਾ ਜਿਨ ਤੋੜ ਦੇਣਾ। ਅਗਰ ਨਾ ਤੋੜੋਗੇ ਤੇ ਗੰਢੇ ਦਾ ਸਾਈਜ਼ ਨਹੀਂ ਵਧੇਗਾ। ਅਗਰ ਤੋੜ ਦੋਗੇ ਤੇ ਉਹਦਾ ਸਾਈਜ਼ ਵੱਧ ਜਾਏਗਾ, ਉਹ ਵਜ਼ਨ ਕਰੇਗਾ। ਇਹ ਹੋ ਗਿਆ ਜੀ ਨਾਰਕ ਜੀਵਨ ਦਾ। ਦੂਸਰਾ ਸਵਾਲ ਭੱਟ ਸਾਹਿਬ ਇਹ ਦੱਸੋ, ਇਹ ਪਰਾਲੀ ਤੁਸੀਂ ਜਿਹੜੀ ਕਿਤੇ ਪਈ ਦੇਖੀ ਆ ਜਾਂ ਬਸ ਆਪੇ ਤਜਰਬਾ ਕਰ ਰਹੇ? ਨਹੀਂ ਜੀ, ਇਹ ਪਿਛਲੇ ਸਾਲ ਦਾ ਤਜਰਬਾ ਕੀਤਾ ਜੀ। ਤੁਸੀਂ ਆਪ? ਹਾਂਜੀ, ਆਪ ਕੀਤਾ ਜੀ। ਤੇ ਰਿਜ਼ਲਟ ਅੱਛੇ ਰਹੇ? ਹਾਂ ਜੀ, ਕੀ ਬਿਲਕੁਲ। ਫਾਇਦੇ ਹੋਏ ਸੀ? ਹਰ ਕਿਸਮ ਦਾ ਇਹਦਾ ਫਾਇਦਾ ਹੋਇਆ ਜੀ। ਮੈਂ ਤੁਹਾਨੂੰ ਦੱਸਿਆ ਜੀ, ਗੰਦ ਨਹੀਂ ਨਿਕਲਿਆ? ਗੰਦ ਨਹੀਂ ਨਿਕਲਿਆ। ਪੈਸਟੀਸਾਈਡ ਤੋਂ ਜਾਨ ਛੁੱਟ ਗਈ ਹੈ। ਪੈਸਟੀਸਾਈਡ ਦੀ ਨਹੀਂ ਲੋੜ ਪਈ? ਨਹੀਂ, ਬਹੁਤ ਥੋੜੀ ਪਈ ਹੈ। ਗੋਡੀ ਦੀ ਨਹੀਂ ਉਹ ਵੀ ਲੋੜ ਉਦੋਂ ਪਈ? ਜਦੋਂ ਬਹੁਤ ਜ਼ਿਆਦਾ ਕੱਕਰ ਪਿਆ ਹੋਵੇ ਨਾ, ਉਦੋਂ ਮਸਲਾ ਜਦੋਂ ਸਰਦੀ ਕਾਫੀ ਹੋ ਗਈ ਸੀ, ਹਾਂਜੀ। ਉਦੋਂ ਉਹਦੀ ਕੋਈ ਜ਼ਰੂਰਤ ਮਹਿਸੂਸ ਹੋਈ। ਕੋਈ ਮਾੜਾ ਚੰਗਾ ਇਹਨੂੰ ਕੋਈ ਸਪਰੇਅ ਕਰਦੀ ਹੈ। ਹੈ ਜੀ। ਉਹ ਗੰਦ ਦੀ ਥੋੜਾ ਸਪਰੇਅ ਹੋਏਗੀ, ਉਹ ਨਹੀਂ, ਤਾਂ ਨਹੀਂ, ਵੈਸੇ ਹੋਏਗੀ ਨਾ, ਸਰ ਜੀ। ਕੋਈ ਤਾਕਤ ਦਾ ਟੌਨਿਕ ਦਿੱਤਾ ਹੋਏਗਾ। ਹਾਂਜੀ। ਹਾਂਜੀ। ਉਹਦੇ ਵਾਸਤੇ ਬੂਟੇ ਦੀ ਜਿਹੜੀ ਸੇਫਟੀ ਸੀ ਉਹਦੇ ਵਾਸਤੇ, ਜੀ। ਕਿਉਂਕਿ ਮਾਈਨਸ ਟੈਂਪਰੇਚਰ ਹੋ ਗਿਆ ਸੀ। ਹਾਂਜੀ। ਉਹਦੇ 'ਚ ਫਿਰ ਥੋੜਾ ਜਿਹਾ ਉਹ ਦੇਸੀ ਜਿਹੜਾ ਸੀ ਨਾ ਲਸਣ, ਉਹਦੇ ਤੇ ਪ੍ਰੋਬਲਮ ਜਿਹੜੀ ਅਸੀਂ ਕਹਿੰਦੇ ਆ ਕਿ ਥ੍ਰਿਪਸ ਵਗੈਰਾ ਦੀ ਪ੍ਰੋਬਲਮ ਹੋਈ ਹੈ। ਜੀ। ਤੇ ਨਾਰਕ ਜੀਵਨ ਜਿਹੜਾ ਇਹਦੀ ਕੁਦਰਤ ਤੇ ਮੁਦਾਫਤ ਜ਼ਿਆਦਾ ਹੈ। ਇਹਦੇ ਤੇ ਇੰਨਾ ਸਟ੍ਰੈਸ ਚ ਨਹੀਂ ਗਿਆ ਜੀ। ਕਿ ਜਿੰਨਾ ਕਿ ਦੂਸਰਾ ਚਲਾ ਗਿਆ ਦੇਸੀ ਜਿਹੜਾ। ਅੱਛਾ ਜੀ। ਜੀ ਭੱਟ ਸਾਹਿਬ ਤੁਹਾਡਾ, ਜੀ ਮੀਆਂ ਤਾਹਿਰ ਕਰੀਮ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਕਿ ਤੁਸੀਂ ਟਾਈਮ ਵੀ ਦਿੱਤਾ, ਤੁਸੀਂ ਸੇਵਾ ਵੀ ਕੀਤੀ ਜੀ। ਬੜੇ ਨਹੀਂ ਬਹੁਤ ਸਾਰੇ ਬਹੁਤ ਸ਼ੁਕਰੀਆ। ਤੇ ਮੈਂ ਕਰ ਦਵਾਂ ਕਿਉਂਕਿ ਵੀਡੀਓ ਜਾ ਰਿਹਾ, ਖਾਣ ਪੀਣ ਦੀ ਸੇਵਾ ਕੀਤੀ, ਕਿਤੇ ਇਹ ਨਾ ਕਹਿ ਦਿਓ ਕਿ ਪੈਸੇ ਲੈ ਕੇ ਗਏ। ਹਾਂਜੀ, ਮਾਸ਼ਾਅੱਲਾ ਜੀ। ਜਿੱਥੇ ਵੱਟ ਹੋਵੇ ਉੱਥੇ ਖਾਣਾ ਪੀਣਾ ਤੇ ਹੁੰਦਾ ਹੀ ਆ। ਆਪੇ ਹੀ ਭਜਦਾ ਹੁੰਦਾ। ਹਾਂਜੀ। ਉੱਥੇ ਅਕਲ ਦੀ ਲੋੜ ਨਹੀਂ ਪੈਂਦੀ। ਹੁਣ ਜੀ ਬੁਨਿਆਦੀ ਜਿਹੜੇ ਸਵਾਲਾਂ ਸੀ ਉਹ ਹੋ ਗਏ। ਜੀ। ਮਜ਼ੀਦ ਦੋਸਤਾਂ ਨੂੰ ਕਿਸੇ ਸਵਾਲ ਦੀ, ਕਿਸੇ ਗੱਲ ਦੀ ਲੋੜ ਹੋਵੇ, ਕਮੈਂਟ ਦੇ ਵਿੱਚ ਪੁੱਛ ਸਕਦੇ ਆ। ਉਹਦੇ ਤੋਂ ਇਲਾਵਾ ਭੱਟ ਸਾਹਿਬ ਨੂੰ ਟੈਲੀਫੋਨ ਕੀਤਾ ਜਾ ਸਕਦਾ, ਮੀਆਂ ਤਾਹਿਰ ਸਾਹਿਬ ਨੂੰ ਕੀਤਾ ਜਾ ਸਕਦਾ। ਜੀ। ਚਲੋ ਕੋਈ ਟੁੱਟਾ ਭੱਜਾ ਜਵਾਬ ਅਸੀਂ ਵੀ ਦੇਣ ਦੇ ਕਾਬਲ ਹਾਂ ਜੀ। ਤੇ ਹੁਣ ਨਾ ਜੀ ਜਾਂਦਿਆਂ ਜਾਂਦਿਆਂ ਇੱਕ ਅਸੀਂ ਨਾਰਾ ਲਾਣਾ, ਪਾਕਿਸਤਾਨ ਦੇ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਰੋਟੀ ਖਾਧੀ ਨਜ਼ਰ ਆਉਂਦੀ ਹੈ।